ਲੱਖ ਮਰਹੱਟਾ ਮਾਰਿਆ ਗਿਆ। ਅਹਿਮਦ ਸ਼ਾਹ ਅਬਦਾਲੀ ਦਿੱਲੀ ਵਾਲੇ ਪਾਸੇ ਨੂੰ ਵੱਧ ਗਏ। ਦਿੱਲੀ, ਆਗਰਾ, ਵਰਿੰਦਾਵਨ, ਮਥੁਰਾ, ਇਹਨਾਂ ਸਾਰੀਆਂ ਨੂੰ ਮਾਰਦਾ ਕੁੱਟਦਾ ਲੁੱਟਦਾ ਇੱਥੋਂ ਦੀਆਂ ਬਹੂ ਬੇਟੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਬੰਨ੍ਹ ਕੇ ਉਹ ਆਪਣੇ ਦੇਸ਼ ਵਾਸੀਆਂ ਦੇ ਮਨ ਪਰਚਾਵੇ ਲਈ ਲੈ ਕੇ ਜਾ ਰਹੀ। ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਮਾਰਚ ਨੂੰ ਇਹ ਤੁਰਿਆ 20 ਮਾਰਚ ਸਨ 1761 ਨੂੰ ਦਿੱਲੀ ਤੋਂ ਤੁਰੇ ਹੈ ਤੇ 10 ਅਪ੍ਰੈਲ ਸਨ 1761 ਨੂੰ ਸਰਬੱਤ ਖਾਲਸੇ ਦਾ ਇਕੱਠ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਏ। ਜਦੋਂ ਇਕੱਠ ਹੋਇਆ ਤੇ ਇਕੱਠ ਦੇ ਵਿੱਚ ਕੁਝ ਸੱਜਣਾ ਨੇ ਆਣ ਕੇ ਬੇਨਤੀ ਕੀਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ। ਉਹਨਾਂ ਨੇ ਬੇਨਤੀ ਕੀਤੀ, ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ, ਉਹ ਸਾਡਾ ਅਨਾਜ ਲੈ ਜਾਂਦਾ, ਧਨ ਲੈ ਜਾਂਦਾ, ਪਦਾਰਥ ਲੈ ਜਾਂਦਾ, ਕੋਈ ਗੱਲ ਨਹੀਂ। ਤੇ ਉਹ ਸਾਡੀਆਂ ਬਹੂ ਬੇਟੀਆਂ ਬਣ ਕੇ ਲੈ ਕੇ ਜਾ ਰਹੇ ਤੇ ਇੱਜ਼ਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਾਨੂੰ ਪਤਾ ਹੈ ਤੇ ਇਹਦੇ ਚੁੰਗਲ ਵਿੱਚੋਂ ਸਾਡੀਆਂ ਬਹੂ ਬੇਟੀਆਂ ਨੂੰ ਕੇਵਲ ਤੇ ਕੇਵਲ ਗੁਰੂ ਕਾ ਖਾਲਸਾ ਬਚਾ ਸਕਦਾ ਹੈ, ਹੋਰ ਕੋਈ ਨਹੀਂ ਬਚਾ ਸਕਦਾ। ਉਦੋਂ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਫੈਸਲਾ ਕੀਤਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਦੋ ਹੱਥ ਕੀਤੇ ਜਾਣ। ਸਮਾਂ ਪਾ ਕੇ ਖਾਲਸਾ ਟੱਕਰ ਲੈਂਦਾ ਰਿਹਾ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਬਿਆਸ ਕੋਲੋਂ ਗੋਇੰਦਵਾਲ ਦੇ ਪੱਤਣ ਤੋਂ ਜਦੋਂ ਉਹ ਬਿਆਸ ਦਰਿਆ ਪਾਰ ਕਰਨ ਲੱਗਿਆ, ਉਦੋਂ ਖਾਲਸੇ ਨੇ ਹਮਲਾ ਕਰਕੇ 2200 ਬਹੂ ਬੇਟੀਆਂ ਹਿੰਦੁਸਤਾਨ ਦੀਆਂ ਅਹਿਮਦ ਸ਼ਾਹ ਅਬਦਾਲੀ ਕੋਲੋਂ ਛਡਾਈਆਂ। ਤੇ ਕੱਲੇ ਛਡਾਈਆਂ ਹੀ ਨਹੀਂ, ਉਹਨਾਂ ਨੂੰ ਵਾਪਸ ਉਹਨਾਂ ਦੇ ਘਰਾਂ ਵੀ ਛੱਡ ਕੇ ਆਏ। ਤੇ ਕਈ ਥਾਂ ਤੇ ਤਾਂ ਮਾਤਾ ਪਿਤਾ ਨੇ ਆਪਣੀਆਂ ਧੀਆਂ ਭੈਣਾਂ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਵੀ ਜੇ ਅਹਿਮਦ ਸ਼ਾਹ ਅਬਦਾਲੀ ਤੋਂ ਇਹ ਛਡਾਈਆਂ ਹੋਈਆਂ ਬਹੂ ਬੇਟੀਆਂ ਅਸੀਂ ਆਪਣੇ ਘਰਾਂ ਰੱਖਾਂਗੇ। ਤੇ ਅਹਿਮਦ ਸ਼ਾਹ ਅਬਦਾਲੀ ਨੇ ਅਗਲੇ ਹਮਲੇ ਵਿੱਚ ਫਿਰ ਸਾਡੇ ਤੇ ਹਮਲਾ ਕਰਕੇ ਸਾਡਾ ਨੁਕਸਾਨ ਕਰਨੇ, ਅਸੀਂ ਇਹਨਾਂ ਬਹੂ ਬੇਟੀਆਂ ਨੂੰ ਨਹੀਂ ਰੱਖ ਸਕਦੇ। ਖਾਲਸੇ ਨੇ ਧੱਕੇ ਨਾਲ ਉਹ ਬਹੂ ਬੇਟੀਆਂ ਘਰਾਂ ਵਸਵਾਈਆਂ ਸੀ। ਅਹਿਮਦ ਸ਼ਾਹ ਅਬਦਾਲੀ ਬੇਸ਼ੱਕ ਚਲਾ ਗਿਆ ਤੇ ਉਹਨੇ ਮਾਰ ਮਾਰੀ ਮਰਹੱਟਿਆਂ ਨੂੰ। ਉਹ ਕਹਿੰਦਾ ਵੀ ਤੀਜੀ ਪੀੜ੍ਹੀ ਤੱਕ ਇਹ ਮਰਹੱਟੇ ਹੁਣ ਸਿਰ ਚੁੱਕਣ ਜੋਗੇ ਨਹੀਂ ਰਹਿਣਗੇ। ਤੇ ਜਦੋਂ ਵਾਪਸ ਜਾ ਰਹੇ ਤੇ ਵਾਪਸ ਜਾਂਦਾ ਜਾਂਦਾ ਉਹ ਇਹ ਗੱਲ ਕਹਿ ਕੇ ਗਿਆ, ਉਹਨੇ ਲਾਹੌਰ ਦੇ ਵਿੱਚ ਖਵਾਜਾ ਉਬੈਦ ਖਾਨ ਨੂੰ ਥਾਪਿਆ, ਮਲੇਰਕੋਟਲੇ ਭੀਖਨ ਖਾਨ ਨੂੰ, ਸਰਹੰਦ ਵਿਖੇ ਜੈਨ ਖਾਨ ਨੂੰ। ਤੇ ਉਹ ਇਹ ਗੱਲ ਕਹਿੰਦੇ ਕਿ ਹੁਣ ਅਗਲੀ ਵਾਰੀ ਮੈਂ ਸਿੱਖਾਂ ਨੂੰ ਅਜਿਹੀ ਮਾਰ ਮਾਰਨੀ ਹੈ ਕਿ ਇਹ ਜਿਹੜੇ ਮਰਹੱਟੇ ਨੇ ਇਹ ਤਾਂ ਤੀਜੀ ਪੀੜ੍ਹੀ ਦੇ ਸਿਰ ਚੁੱਕਣ ਜੋਗੇ ਰਹਿ ਜਾਣਗੇ। ਇਹਨਾਂ ਨੂੰ ਜਿੰਨੀ ਮਾਰ ਮਾਰਨੀ ਹੈ ਇਹ ਮੁੜ ਕੇ ਕਦੀ ਸਿਰ ਚੁੱਕਣ ਜੋਗੇ ਨਹੀਂ ਰਹਿਣਗੇ। ਉਹ ਗੁੱਸੇ ਦਾ ਪੀਤਾ ਵਾਪਸ ਗਿਆ, ਜਾ ਕੇ ਉਹਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦਿਨਾਂ ਦੇ ਵਿੱਚ ਅਕਤੂਬਰ 1761 ਨੂੰ ਸਰਬੱਤ ਖਾਲਸੇ ਦਾ ਇਕੱਠ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਤੇ ਉਦੋਂ ਸਰਬੱਤ ਖਾਲਸੇ ਦੇ ਵਿੱਚ ਇਹ ਗੁਰਮਤਾ ਕੀਤਾ ਗਿਆ ਕਿ ਸਾਨੂੰ ਕੋਈ ਜ਼ਕਰੀਆ ਖਾਨ, ਸਾਨੂੰ ਕੋਈ ਅਹਿਮਦ ਸ਼ਾਹ ਅਬਦਾਲੀ, ਸਾਨੂੰ ਕੋਈ ਨਾਦਰ ਨਹੀਂ ਹਰਾ ਸਕਦਾ ਜੇਕਰ ਆਪਣੇ ਗਦਾਰ ਨਾ ਹੋਣ। ਉਦੋਂ ਫੈਸਲਾ ਕੀਤਾ ਕਿ ਗਦਾਰਾਂ ਨੂੰ ਸੋਧਿਆ ਜਾਏ। ਜਦੋਂ ਵੀ ਕੌਮ ਨੂੰ ਮਾਰ ਪੈਂਦੀ ਹੈ, ਜਾਂ ਕੌਮ ਨੂੰ ਮਾਰ ਪੈਂਦੀ ਹੈ ਗਦਾਰ ਵੱਲੋਂ ਤੇ ਜਾਂ ਕੌਮ ਨੂੰ ਮਾਰ ਪੈਂਦੀ ਹੈ ਕਿਰਦਾਰ ਵੱਲੋਂ, ਉਦੋਂ ਕੌਮ ਨੇ ਫੈਸਲਾ ਕੀਤਾ ਕਿ ਜਿਹੜੇ ਗਦਾਰ ਨੇ ਉਹਨਾਂ ਨੂੰ ਸੋਧਿਆ ਜਾਏ। ਤੇ ਗਦਾਰਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਆਕਲ ਦਾਸ ਦਾ ਆਇਆ। ਇਹ ਜੰਡਿਆਲੇ ਦਾ ਰਹਿਣ ਵਾਲਾ ਸੀ, ਅੰਮ੍ਰਿਤਸਰ ਸਾਹਿਬ ਤੋਂ 20 ਕਿਲੋਮੀਟਰ ਉਰਾਂ ਪੈਂਦਾ। ਤੇ ਉਦੋਂ ਸੰਗਤਾਂ ਨੇ ਫੈਸਲਾ ਕਰਕੇ ਜੰਡਿਆਲੇ ਨੂੰ ਘੇਰਾ ਪਾਇਆ। ਜਦੋਂ ਜੰਡਿਆਲੇ ਨੂੰ ਘੇਰਾ ਪਾਇਆ ਤੇ ਘੇਰੇ ਪੈਣ ਤੋਂ ਪਹਿਲਾਂ ਇਹ ਆਕਲ ਦਾਸ ਨੇ ਆਪਣੇ ਵਕੀਲ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਭੇਜੇ। ਇਬਰਤ ਖਾਨ ਨੇ ਉਹ ਲਫ਼ਜ਼ ਲਿਖੇ ਨੇ, ਮੈਂ ਸੌਖੇ ਜਿਹੇ ਕਰਕੇ ਬਿਆਨ ਕਰਦੇ ਹਾਂ। ਇਬਰਤ ਖਾਨ ਨੇ ਉਹ ਲਫ਼ਜ਼ ਲਿਖੇ ਕਿ ਇਹਨੇ ਜਿਹੜੀ ਚਿੱਠੀ ਭੇਜੀ ਸੀ ਅਹਿਮਦ ਸ਼ਾਹ ਅਬਦਾਲੀ ਨੂੰ, ਉਸ ਚਿੱਠੀ ਵਿੱਚ ਇਹ ਸ਼ਬਦ ਸਨ ਵੀ ਮੇਰੀ ਜਾਨ ਬੁੱਲਾਂ ਤੇ ਆਈ ਹੈ ਤੇ ਆਣ ਕੇ ਮੇਰੀ ਜਾਨ ਬਚਾ ਤੇ ਮੇਰੀ ਮੌਤ ਮਗਰੋਂ ਤੇਰਾ ਆਉਣਾ ਕਿਸ ਕੰਮ। ਇਹਨੇ ਇਹ ਚਿੱਠੀ ਅਬਦਾਲੀ ਨੂੰ ਭੇਜੀ। ਅਬਦਾਲੀ ਰੋਹਤਾਸ ਦੇ ਕਿਲੇ ਵਿੱਚ ਬੈਠਾ ਸੀ ਤੇ ਉਦੋਂ ਸਿੰਘਾਂ ਨੂੰ ਪਤਾ ਲੱਗਿਆ ਵੀ ਅਹਿਮਦ ਸ਼ਾਹ ਅਬਦਾਲੀ ਚੜ ਕੇ ਆ ਰਹੇ ਤੇ ਉਹਨਾਂ ਦੇ ਨਾਲ ਬੱਚੇ ਸਨ, ਉਹਨਾਂ ਦੇ ਨਾਲ ਪਰਿਵਾਰ ਸੀ, ਉਹਨਾਂ ਨਾਲ ਬਜ਼ੁਰਗ ਸਨ। ਤੇ ਉਦੋਂ ਖਾਲਸੇ ਨੇ ਫੈਸਲਾ ਕੀਤਾ ਵੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਆਪਾਂ ਹੋਰ ਥਾਂ ਤੇ ਲਵਾਂਗੇ, ਪਹਿਲਾਂ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਂ ਤੇ ਛੱਡ ਕੇ ਆਈ। ਉਦੋਂ ਜੰਡਿਆਲੇ ਤੋਂ ਘੇਰਾ ਚੱਕ ਲਿਆ। ਚਲਦੀਆਂ ਚਲਦੀਆਂ ਖਾਲਸਾ ਜਿਹੜਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਬੈਠੇ
ਕੁੱਪ ਤੇ ਰਹੀੜੇ ਦਾ ਨਾਮ ਇਤਿਹਾਸ ਵਿੱਚ ਆਉਂਦਾ ਵੀ ਇਹਨਾਂ ਇਲਾਕਿਆਂ ਦੇ ਵਿੱਚ ਸਾਰਾ ਖਾਲਸਾ ਬੈਠਾ ਸੀ ਤੇ ਇਹਨਾਂ ਨੂੰ ਇਹ ਉਮੀਦ ਸੀ ਕਿ ਅਹਿਮਦ ਸ਼ਾਹ ਅਬਦਾਲੀ ਇਹ ਸਾਰਾ ਸਫ਼ਰ ਘੱਟ ਤੋਂ ਘੱਟ 10 ਦਿਨਾਂ ਦੇ ਵਿੱਚ ਪੂਰਾ ਕਰੇਗਾ ਤੇ 10 ਦਿਨਾਂ ਦਾ ਸਫ਼ਰ ਅਹਿਮਦ ਸ਼ਾਹ ਅਬਦਾਲੀ ਨੇ ਕੇਵਲ 36 ਘੰਟਿਆਂ ਦੇ ਵਿੱਚ ਪੂਰਾ ਕਰ ਲਿਆ। 225 ਕਿਲੋਮੀਟਰ ਉਹਨੇ ਤਕਰੀਬਨ ਸਫ਼ਰ ਕੀਤਾ। 36 ਘੰਟੇ ਲਗਾਤਾਰ ਚੱਲਦੇ ਰਹੇ। ਸਤਲੁਜ ਤੇ ਬਿਆਸ ਦੋ ਦਰਿਆਵਾਂ ਨੇ ਪਾਰ ਕੀਤੇ ਨੇ ਤੇ 1.5 ਲੱਖ ਦੇ ਕਰੀਬਨ ਫੌਜ ਲੈ ਕੇ ਉਹ ਇਸ ਧਰਤੀ ਤੇ ਆਉਂਦਾ। ਉਹਨੇ ਪਹਿਲਾਂ ਚਿੱਠੀਆਂ ਭੇਜ ਦਿੱਤੀਆਂ ਸਨ। ਭੀਖਣ ਖਾਂ ਨੂੰ ਕਹਿ ਦਿੱਤਾ ਵੀ ਤੂੰ ਮਲੇਰਕੋਟਲੇ ਵੱਲੋਂ ਘੇਰਾ ਪਾ ਕੇ ਰੱਖੀ। ਸਰਹੰਦ ਦੇ ਜੈਨ ਖਾਂ ਨੂੰ ਕਹਿ ਦਿੱਤਾ ਉਸ ਪਾਸਿਓਂ ਤੂੰ ਘੇਰਾ ਪਾਈ, ਤੀਜੇ ਪਾਸੇ ਨੂੰ ਉਹ ਖੁਦ ਚੱਲ ਕੇ ਆਏ। ਹੁਣ ਜਦੋਂ ਖਾਲਸੇ ਨੂੰ ਤਿੰਨਾਂ ਪਾਸਿਆਂ ਤੋਂ ਘੇਰਾ ਪਿਆ ਤੇ ਅਚਾਨਕ ਹਮਲਾ ਹੋਏ। ਇਸ ਹਮਲੇ ਦੇ ਵਿੱਚ ਖਾਲਸੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਏ। ਹੁਣ ਤਿੰਨ ਗੱਲਾਂ ਨੇ ਜਿਹੜੀਆਂ ਜੰਗ ਜਿੱਤਣ ਦੇ ਵਿੱਚ ਕੰਮ ਆਉਂਦੀਆਂ ਨੇ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇਕਰ ਕਿਸੇ ਨੇ ਜੰਗ ਜਿੱਤਣੀ ਹੈ ਤੇ ਉਹਦੇ ਵਿੱਚ ਉਹਦੀ ਬਹੁ ਗਿਣਤੀ ਹੋਣੀ ਚਾਹੀਦੀ ਹੈ ਵਿਰੋਧੀਆਂ ਨਾਲ। ਦੂਜੀ ਗੱਲ ਵੀ ਉਹਦੇ ਕੋਲ ਜਿਹੜੇ ਹਥਿਆਰ ਨੇ ਦੁਸ਼ਮਣ ਨਾਲੋਂ ਵਧੀਆ ਹੋਣੇ ਚਾਹੀਦੇ ਨੇ ਤੇ ਤੀਜਾ ਖਾਣ ਪੀਣ ਦਾ ਸਮਾਨ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਕਿਉਂਕਿ ਬਿਨਾਂ ਖੁਰਾਕਾਂ ਤੋਂ ਲੜਾਈ ਨਹੀਂ ਕੀਤੀ ਜਾ ਸਕਦੀ। ਹੁਣ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਸੈਨਾ ਵੀ ਜ਼ਿਆਦੀ ਹੈ, ਉਹਦੇ ਕੋਲ ਅਸਲਾ ਵੀ ਜ਼ਿਆਦਾ ਹੈ ਤੇ ਖਾਣ ਪੀਣ ਦੇ ਵੀ ਉਹਦੇ ਕੋਲ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ। ਤਿੰਨਾਂ ਪਾਸਿਆਂ ਤੋਂ ਜਦੋਂ ਅਚਾਨਕ ਘੇਰਾ ਪਿਆ ਤੇ ਬਹੁਤ ਨੁਕਸਾਨ ਹੋਇਆ, ਉਦੋਂ ਖਾਲਸਾ ਇਕੱਠਾ ਹੋਇਆ। ਖਾਲਸੇ ਨੇ ਫੈਸਲਾ ਕੀਤਾ, ਚੜ੍ਹਤ ਸਿੰਘ ਨੇ ਸਲਾਹ ਦਿੱਤੀ ਵੀ ਪਹਿਲਾ ਕੰਮ ਤੇ ਆਪਾਂ ਇਹ ਕਰੀਏ ਵੀ ਜਿਹੜੀਆਂ ਆਪਣੀਆਂ 11 ਮਿਸਲਾਂ ਨੇ ਆਪਾਂ ਇੱਕ ਇੱਕ ਮਿਸਲ ਵੰਡ ਕੇ ਤੇ ਆਪਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਲਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਉਦੋਂ ਇਹ ਸ਼ਬਦ ਵਰਤੇ, ਮਿਸਲ ਵੰਡ ਅਬ ਕਬਹੂ ਨਾ ਪਾਵੋ, ਰਲ ਮਿਲ ਖੜਪੁਰ ਪੰਥ ਬਚਾਵੋ, ਤੁਰ ਤੁਰ ਲੜੋ ਔਰ ਲੜ ਲੜ ਤੁਰੋ, ਵਹੀਰ ਬਚਾਵਨ ਖਾਤਰ ਅੜੋ। ਉਦੋਂ ਖਾਲਸੇ ਨੇ ਦੂਰ ਦ੍ਰਿਸ਼ਟੀ ਦੇ ਨਾਲ ਤਿੰਨ ਫੈਸਲੇ ਲਏ ਸਨ। ਪਹਿਲਾ ਫੈਸਲਾ ਇਹ ਸੀ ਵੀ ਆਪਾਂ ਆਪਣੇ ਪਰਿਵਾਰਾਂ ਨੂੰ ਬਚਾਈਏ, ਆਪਾਂ ਆਪਣੇ ਪਰਿਵਾਰਾਂ ਨੂੰ ਬਚਾਈਏ। ਜੇ ਸਾਡੇ ਪਰਿਵਾਰ ਬਚੇ ਰਹਿਣਗੇ ਤੇ ਪੰਥ ਬਚਿਆ ਰਹੇਗਾ, ਜੇ ਪਰਿਵਾਰ ਨਾ ਬਚੇ ਤੇ ਪੰਥ ਵੀ ਨਹੀਂ ਬਚਣਾ। ਹੁਣੇ ਭਾਈ ਸਾਹਿਬ ਜੀ ਵੀ ਬੇਨਤੀ ਕਰਨਗੇ ਕਿ ਮੈਂ ਵੀ ਬੇਨਤੀ ਕਰਨੀ ਹੈ, ਅੱਜ ਅਸੀਂ ਪਰਿਵਾਰਾਂ ਨੂੰ ਨਹੀਂ ਬਚਾ ਰਹੇ। ਜੇਕਰ ਤਲਵਾਰ ਨਾ ਹੋਵੇ ਤੇ ਝਾਤ ਮਾਰ ਕੇ ਵੇਖੋ, ਦਾਦੇ ਵੱਲ ਵੇਖੋਗੇ ਤੇ ਦਾਦਾ ਤੁਹਾਨੂੰ ਅੰਮ੍ਰਿਤਧਾਰੀ ਸਾਬਤ ਸੂਰਤ ਨਜ਼ਰ ਆਏਗਾ। ਦਾਦੇ ਦੇ ਪੁੱਤਰ ਵੱਲ ਵੇਖੋਗੇ, ਉਹਨੇ ਸਿਰ ਤੇ ਬੇਸ਼ੱਕ ਪੱਗ ਬੰਨ੍ਹੀ ਹੋਵੇ, ਉਹਨੇ ਦਾੜੀ ਕੱਟੀ ਹੋਏਗੀ ਤੇ ਪੋਤਰੇ ਵੱਲ ਵੇਖੋ, ਨਾ ਉਹਦੇ ਸਿਰ ਤੇ ਵਾਲ ਤੇ ਨਾ ਮੂੰਹ ਤੇ ਵਾਲ। ਅਸੀਂ ਆਪਣੇ ਪਰਿਵਾਰ ਨਹੀਂ ਬਚਾ ਰਹੇ। ਉਹਨਾਂ ਨੇ ਬੜੇ ਸਿਆਣੇ ਸਨ ਵੀ ਜੇਕਰ ਪਰਿਵਾਰ ਬਚਿਆ ਰਿਹਾ ਤੇ ਸਾਡਾ ਪੰਥ ਬਚਿਆ ਰਹਿਣਾ, ਜੇ ਪਰਿਵਾਰ ਨਾ ਬਚਿਆ ਤੇ ਪੰਥ ਕਿੱਥੋਂ ਬਚਣਾ। ਤੇ ਅੱਜ ਅਸੀਂ ਆਪਣੇ ਪਰਿਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀ। ਘੱਲੂਘਾਰੇ ਤਾਂ ਕੌਮਾਂ ਤੇ ਵਾਪਰਦੇ ਨੇ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਅਮਰੀਕਾ ਨੇ 1945 ਦੇ ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਬੰਬ ਸੱਟੇ, ਉਹ ਦੁਨੀਆ ਤੋਂ ਉਡਾ ਦਿੱਤੇ ਗਏ ਸਨ। ਦੋ ਜਿਹੜੇ ਸ਼ਹਿਰ ਦੁਨੀਆ ਤੋਂ ਉਡਾ ਦਿੱਤੇ। ਜਾਪਾਨ ਦੇ ਵਿੱਚ ਬੜੀ ਤਬਾਹੀ ਆਈ। ਜਾਪਾਨ ਦੇ ਜਿਹੜੇ ਸਿਆਣੇ ਲੋਕ ਸਨ ਇਕੱਠੇ ਹੋਏ, ਉਹਨਾਂ ਨੇ ਆਖਿਆ ਕੀ ਕੀਤਾ ਜਾਏ। ਉਹਨਾਂ ਨੇ ਦੋ ਗੱਲਾਂ ਪੱਲੇ ਬੰਨੀਆਂ। ਉਹਨਾਂ ਨੇ ਕਿਹਾ ਵੀ ਰੱਜ ਕੇ ਗਿਆਨ ਪ੍ਰਾਪਤ ਕਰੋ ਤੇ ਰੱਜ ਕੇ ਅਮੀਰ ਬਣੋ, ਤੇ ਜੇਕਰ ਗਿਆਨ ਹੋਵੇਗਾ ਤੇ ਪੈਸਾ ਹੋਏਗਾ ਤੇ ਅਮਰੀਕਾ ਸਾਡੇ ਵੱਲ ਅੱਖ ਚੁੱਕਣ ਦੀ ਜ਼ਰੂਰਤ ਨਹੀਂ ਕਰੇਗਾ। ਤੇ ਅੱਜ ਹਕੀਕਤ ਹੈ ਇਹ 1945 ਵਿੱਚ ਉਹਨਾਂ ਦੇ ਘੱਲੂਘਾਰਾ ਵਾਪਰੀ ਹੈ ਤੇ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ, ਉਹਨਾਂ ਨੇ ਧਨ ਪ੍ਰਾਪਤ ਕੀਤਾ। ਅੱਜ ਅਮਰੀਕਾ ਵਰਗੇ ਦੇਸ਼ ਦੀ ਜ਼ਰੂਰਤ ਨਹੀਂ ਵੀ ਉਹ ਜਾਪਾਨ ਵੱਲ ਅੱਖ ਚੁੱਕ ਕੇ ਵੀ ਵੇਖ ਸਕਣ। ਦੂਜਾ ਯਹੂਦੀਆਂ ਤੇ ਹਿਟਲਰ ਨੇ ਗੈਸ ਚੈਂਬਰਾਂ ਦੇ ਵਿੱਚ ਪਾ ਕੇ ਤਕਰੀਬਨ 6 ਲੱਖ ਯਹੂਦੀ ਸਾੜੇ ਸਨ। ਤੇ ਉਦੋਂ ਯਹੂਦੀ ਇਕੱਠੇ ਹੋਏ। ਉਹਨਾਂ ਨੇ ਕਿਹਾ ਕੀ ਕਰਨੇ। ਕਹਿੰਦੇ ਪਹਿਲੀ ਗੱਲ, ਜਦੋਂ ਰਾਤ ਨੂੰ ਸੋਵੋ ਤੇ ਸਵੇਰੇ ਨਾ ਉੱਠੇ ਤੇ ਉਹ ਬੱਚੇ ਨੂੰ ਇੱਕ ਗੱਲ ਰਾਤ ਨੂੰ ਸੌਣ ਵੇਲੇ ਜ਼ਰੂਰ ਕਹੇ, ਪੁੱਤਰਾ ਅੱਜ ਆਪਾਂ ਗੁਲਾਮ ਆ, ਅੱਜ ਆਪਾਂ ਗੁਲਾਮ ਸੁੱਤੇ ਆ, ਹੋ ਸਕਦਾ ਸਵੇਰੇ ਉੱਠੀਏ ਹੋਈਏ। ਦੂਜੀ ਗੱਲ ਉਹਨਾਂ ਨੇ ਪੱਲੇ ਬੰਨੀ ਕਿ ਹਰੇਕ ਇਨਸਾਨ 8 ਘੰਟੇ ਦਿਹਾੜੀ ਮਿਹਨਤ ਜ਼ਰੂਰ ਕਰੇ। ਤੀਜੀ ਗੱਲ ਕਿ ਵੱਧ ਤੋਂ ਵੱਧ ਆਪਾਂ ਨੇ ਗਿਆਨ ਪ੍ਰਾਪਤ ਕਰਨੇ। ਅੱਜ ਆਲ ਵਰਲਡ ਦੇ ਵਿੱਚ ਜਿੰਨੇ ਵੀ ਉੱਚੇ ਅਹੁਦੇ ਨੇ, ਨੋਬਲ ਪ੍ਰਾਈਜ਼ ਨੇ, ਸਾਰੀਆਂ ਤੇ ਯਹੂਦੀਆਂ ਦਾ ਕਬਜ਼ਾ ਹੈ।
उन्होंने भी अपने परिवार को बचाए। साडे ते भी घल्लूकारे वापरे, पर असीं अपने परिवारों को बचाने वाले पासे नहीं तुर रहे। सानू इस पासे ध्यान देना चाहिए। उदों उन्होंने परिवारों को बचाया ते नाले लड़ते लड़ते तकरीबन 40 किलोमीटर उन्होंने सफर तय किया। 40 किलोमीटर पहला उन्होंने कहा परिवार बचाओ, दूजी गल भी लड़ना भी है ते तुरना भी है, खड़ के लड़ाई नहीं करनी। तीजी गल कि जे कितने लोड़ पै गई उदों फिर डट के मुकाबला करने। ते इस तरीके दे नाल 40 किलोमीटर तक लगातार तुरते गए, लड़ते गए। कोई बच्चा, कोई औरत, कोई बुजुर्ग अजिहा नहीं सी जिंदे शरीर से 6 तो 7 फट ना आए हो। जेड़े कौम के जरनैल सन उन्होंने 20 तो 22 फट आए ते तां भी कौम के जरनैल लड़ते गए। जस्सा सिंह आलूवालिया उन्होंने 22 फट आए, शरीर लहू लहान है। ते गुरमुख सिंह जी उन्होंने अंगरक्षक सन, उन्होंने उन्होंने घोड़े ने छटी मारी ते उन्होंने घोड़ा मैदाने जंग विचों भज जाए। पर उन्होंने अगों आखिया सरदार गुरमुख सिंह तू घोड़े नूं छटी क्यों मारी है? उन्होंने आख्या जी तुहाडे फट बड़े लगे ने, तुसीं मैदानी जंग विचों चले जाओ। ते जस्सा सिंह आलूवाले ने आख्या कि मैनू पंथ ने जेकर नवाबी दी है, मैनू पंथ ने जेकर मुखिया बनाया है, ते इस करके नहीं जदों कौम ते पीड़ पवे ते मैं इथों नठ टुरा। पंथ सुने हमको करे ठट्ठा, घोड़ा कुदाए जस्सा सिंह नठा। क्या मुख लै मैं बहु दीवान, करे मशकरी हमको आन। मैं खालसे पातशाह कहायो, तुम चाहत मोहे गिदी बनाए। जस्सा सिंह आलूवालिया वो है पिता चढ़ाई कर गया सी, छोटा जिहा सी, नवाब कपूर सिंह ने पालिया। ये उदों खालसे के घोड़ियां की साभ संभाल करते, दाने पाउंदे, पट्ठे पाउंदे। ते ये हमको तुमको करके बोलदा सी, ये हमको तुमको करके बोले। खालसे ने इन्हों मुखोल करना। ते एक दिन ये जस्सा सिंह आलूवालिया छोटी उम्र है, नवाब कपूर सिंह दे कोल आ गया नाराज होके। कह लग्या नवाब कपूर सिंह जी मैं अज तो घोड़ियां नूं पट्ठे नहीं पाया करने, मैं दाने नहीं पाया करने। उन्होंने आख्या क्यों? कहते इस करके भी मैनू ये जिहड़े सिंह ने मैनू खालसा जिहड़ा तंग करदे, मैनू हमको तुमको कहते। ते उदों नवाब कपूर सिंह आखदे जस्सा सिंह आलूवालिया इन्हां दी गल्लां दा गुस्सा ना करया कर, इन्हां दे मन पवित्र ने। मैं घोड़ियां दी सेवा की, मैनू पंथ ने नवाबी दी है, हो सकता तू घोड़ियां की सेवा करे ते तेनू ये बादशाही दे दे। ते हकीकत होया जदों सितंबर 1761 नूं खालसे ने लाहौर नूं जित्तिया ते उदों कौम ने सुल्तान उल कौम का खिताब दिता। जस्सा सिंह आलूवालिया इत्थे 22 फट खा के भी मैदानी जंग दे विच जूझदे। ये महान धरती है जितों अहमद शाह अब्दाली 50 गड्ढे सिंघां दे सिरां दे भर के लेके गया। पर जदों खालसा फिर इकट्ठा होया उन्होंने अरदास भी की। उन्होंने एक बचन किए सन, तत खालसा सो रहे हो गयो सो खोट गवाई। एक मैं बेनती करनी है, इस पंक्ति के विद्वान गलत अर्थ करते। ये कहते हैं भी जिहड़ा है फोकड़ चला गया ते तत बच गए। नहीं भलिओ जिहड़े शहीद हुंदे ने ना वो खोट नहीं होया करदी। इत्थे बचन ये है भी इस घल्लूकारे ने साडे मनां विचों खोट दूर कर दी है। हुण साडे मन पवित्र हो गए ने, हुण अगे तो भी तगड़े होके असीं अहमद शाह अब्दाली नाल टक्कर लवांगे। उन्होंने बाद विचों टक्कर भी लई ते अहमद शाह अब्दाली नूं भी उन्होंने टिप्पणी सिर के मैदान विचों भजाया। कौम ते घल्लूकारे वापरदे ने, पर मैं एक बेनती करा जिहड़े कौम दे सियाणे आगू ने वो सबक जरूर लिया करदे। भाई साहब जी ने अज के घल्लूकारे का जिक्र किया। अज तुसीं देखोगे भी किसान की हालत की है। एक छोटी जी कविता किसी विद्वान ने लिखी, वो कहते कणक वेच के तूड़ी बची सी, कणक वेच के तूड़ी बची सी, दुध दे व्यापार चों रूड़ी बची सी, दुध दे व्यापार चों रूड़ी बची सी, नकली स्प्रेहां नाले नकली सी भी, नकली स्प्रेहां नाले नकली सी भी, चढ़ते सियाल ब्याह के तोरनी सी थी, सिर वाले साफे का मैं फाहा बना के कई बारी रहा, बेक नालों खोलदा लाश बिना चीर फाड़, वार सानू दे दियो मैं फाहा लेके मरिया की सांस बोलदा। लाश चीर फाड़ के बिना चीर फाड़ वार सानू दे दियो,
मैं फाहा लेके मरिया किसान बोलता, इन्हों नजर क्यों नहीं आता? एक छोटी जी बेनती करके मैं समाप्ति करनी। तैमूर लंघदी सुल्तान बेग दे नाल टक्कर होई, सुल्तान बेग हारिया ते तैमूर लंघ जित्तिया। तैमूर लंघ ने सुल्तान बेग नूं अपने दरबार विच बुलाया। जदों सुल्तान बेग दरबार विच आया ते ये अपने तखत ते बैठा, तैमूर लंघ ये खिड़ खड़ा के हसिया, खिड़ खड़ा के हसिया ते सुल्तान बेग आखदा है भी मेरी हार ते हसदे? वो कहंदे नहीं, मैं तेरी हार ते नहीं हसिया। मैदानी जंग विच सूरमे लड़दे ने, एक जितदा एक हारदा, मैं तेरी हार ते नहीं हसिया। कहंदे फिर हसदा क्यों है? वो कहंदे मैं परमात्मा ते हस रहा भी परमात्मा कोदक की करदा है। कहंदे की गल है? कहंदे वेख मेरी एक लत लंगड़ी है, मैं चल नहीं सकता सही तरीके नाल, तां लंघ कहंदे सन। मैं लंगड़ा वां ते तैनू एक अख तो नहीं दिखदा, तू अन्ने काना है। कहंदे वेख तू भी सुल्तान बेग है, एक पासे तू मुखी है, दूजे पासे मैं मुखी हाँ। तेरी अख काणी है, मेरी लत ठीक नहीं है। परमात्मा साडे वर्गे काणियां नूं, साडे वर्गे लंगड़ियां नूं तख्तां ते क्यों बिठा दे? ते मैनू ये घटना पढ़ के इवें जापिया कि अज जिहड़े हाकम तख्तां ते बैठे हुए ने, ये लंगड़े भी ने, ये काणे भी ने। लंगड़े इस करके ने इन्हां तो धर्म दे राह ते तुरिया नहीं जांदा, ते काणी इस करके ने इन्हां नूं उस घेरे दे विच, उस बार्डरां ते बैठे हुए किसान नज़र नहीं आउंदे। एक अमीर दे घरां पोतरा हुंदा है, इन्हां नूं पोतरा ते नज़र आ जांदे, पर 15-20 लाख किसान इन्हां लोकां नूं नज़र नहीं आ रहे। ये होर नहीं ते होर की ने। हम खुल के करेंगे मुखालफत तेरे जुल्म की, तू मेरे वक्त, तू मेरे वतन का तख्त नशी है, मेरे वक्त का खुदा नहीं है। आखिरी बेनती करके मैं समाप्ति करनी है। मिस्टर ट्रंप होए एक अंग्रेज की दबान। मिस्टर ट्रंप ने जदों ज्योति स्वरूप साहब वेखिया, जदों फतेहगढ़ साहब वेखिया, जदों उन्हें चमकौर की गढ़ी वेखी, ते उन्हें एक गल दुनिया नूं कही, कहंदे दुनिया दे लोगों सिख कौम कदी खत्म नहीं हो सकती। पूछया क्यों? कहंदे सिख कौम कदी खत्म नहीं हो सकती जिन्नी देर तक इस कौम नूं फतेहगढ़ साहब याद रहेगा, जिन्नी देर तक इन्हां नूं सरहद दीयां नीहां याद रहणगीਆਂ, जिन्नी देर तक इन्हां नूं चमकौर की गढ़ी याद रहेगी, ये कौम उन्नी देर तक दुनिया तो खत्म नहीं होती जिन्नी देर तक इन्हां दे शहीद नहीं भुलदे। ते मैं बेनती करनी है, तुसीं इस इलाके दे वासो रहण वाले हो, ते सानू भी ये बड़े घल्लूघर दे शहीद भुलने नहीं चाहिए। जेकर सानू शहीद याद रहणगे, जिन्ने मर्जी घल्लूघरे वापर, दुनिया की कोई ताकत जिहड़ी है वो सानू खत्म नहीं कर सकती। किसी भी दीवान ने यह वचन लिखे नहीं सन। कहन लगे कि पुख्ता पंथ का महल बनाया, पंथ सजावन वाले, पुख्ता पंथ का महल बनाया, पंथ सजावन वाले, नीहां दे विच रब चुआई, पुत कुहावन वाले, जकरिया खान अबदाली निरशल, इस नूं ढावन आया, ए महल पर टहना दिता, ढह गए ढहवन वाले, इस महल नूं ढहण ना दिता, ढह गए ढहवन वाले। इन्नियां को बेनतियां प्रवान होइयां बेअंत कुलां दी खीमा। श्री गुरु ग्रंथ पातशाह महाराज जी दा कोटान कोट धन्नवाद, जिन्हां ने आप संगतां दे दर्शन कराए। बाबा जगतार सिंह जी तरनताਰਨ वाली, बाबा किरपाल सिंह जी भवानीगढ़ वाली, समूह प्रबंधक वीरां दा बहुत बहुत धन्नवाद। इस करता बहुत बहुत धन्नवाद। होइयां भुलां दी खिमा उचारण करो जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। कथावाच भाई अवतार सिंह जी खन्ना वाला ने शहीदां दे चरनां विच हाज़री लवाई है जी। बहुत बहुत धन्नवाद जी आयां नूं जी। हुण आपां समाप्ति दे लवे लगीए। राणा साहब दीवानी संत बाबा ईसर सिंह जी, उन्हां तो भरोसा है संत बाबा भगवान सिंह जी राणा साहब बेगोवालियां दा जत्था, जहदार भाई महेंद्र सिंह जी ਸਮੇਤ ਜਿਹੜੇ ਪਹੁੰਚੇ ਨਾ ਉਹਨਾਂ ਦਾ ਜੀ ਸਟੇਜ ਵੱਲੋਂ ਸੰਗਤ ਵੱਲੋਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਜੀ। ਹੁਣ ਇੱਕ 5 ਕਮੇਟੀ ਦੀ ਕਪਤਾਨ ਭਾਈ ਮੁਖਤਿਆਰ ਸਿੰਘ ਜੀ।